ਹਬਸ਼, ਵਲਾਇਤ, ਚੋਲਾ ਪ੍ਰਸੰਗ ਤੇ ਰਾਮਚੰਦਰ ਦੀ ਕਥਾ। ਹੇ ਗੁਰੂ ਅੰਗਦ ਜੀ, ਅੱਗੇ ਦੀ ਵਾਰਤਾ ਸੁਣੋ। ਇੱਥੋਂ ਚੱਲ ਕੇ ਗੁਰੂ ਜੀ ਹਬਸ਼ ਦੇਸ਼ ਵਿੱਚ ਚਲੇ ਗਏ। ਇਸ ਦੇਸ਼ ਦਾ ਰਾਜਾ ਬੜਾ ਦੁਸ਼ਟ ਸੀ। ਜਿਹੜਾ ਕੋਈ ਹਿੰਦੂ ਇਸ ਦੇ ਰਾਜ ਵਿੱਚ ਚਲਿਆ ਜਾਂਦਾ ਸੀ, ਉਹਨੂੰ ਹੀ ਇਹ ਮਰਵਾ ਦਿੰਦਾ ਸੀ। ਗੁਰੂ ਜੀ ਉਸ ਦੀ ਰਾਜਧਾਨੀ, ਜਿੱਥੇ ਰਾਜਾ ਆਪ ਰਹਿੰਦਾ ਸੀ, ਪਾਸ ਜਾ ਬੈਠੇ। ਸ਼ੀਘਰ ਹੀ ਆਕਾਸ਼ ਤੋਂ ਇੱਕ ਬਹੁਤ ਸੁੰਦਰ ਰੰਗ ਵਾਲਾ ਚੋਲਾ ਉਤਰਿਆ, ਜਿਸ ਉੱਪਰ ਹਿੰਦੀ, ਸੰਸਕ੍ਰਿਤ, ਫਾਰਸੀ, ਅਰਬੀ ਅਤੇ ਤੁਰਕੀ ਅੱਖਰ ਲਿਖੇ ਹੋਏ ਸਨ। ਗੁਰੂ ਜੀ ਨੇ ਉਸ ਨੂੰ ਆਪਣੇ ਗਲ ਪਾ ਲਿਆ। ਜਦ ਆਪ ਜੀ ਨੂੰ ਸ਼ਹਿਰ ਦੇ ਲੋਕਾਂ ਨੇ ਵੇਖਿਆ ਤਾਂ ਉਹਨਾਂ ਨੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਬਾਹਰ ਇੱਕ ਫਕੀਰ ਆਇਆ ਹੈ। ਉਸ ਦੇ ਗਲ ਵਿੱਚ ਬੜਾ ਅਜਬ ਚੋਲਾ ਹੈ, ਜੋ ਅੱਗੇ ਕਦੀ ਵੇਖਿਆ ਸੁਣਿਆ ਨਹੀਂ। ਉਸ ਉੱਤੇ ਕੁਰਾਨ ਦੇ 30 ਸਪਾਰੇ ਲਿਖੇ ਹੋਏ ਹਨ ਅਤੇ ਹੋਰ ਵੀ 5 ਪ੍ਰਕਾਰ ਦੇ ਅੱਖਰ ਉਸ ਉੱਪਰ ਬੜੇ ਸੁੰਦਰ ਲਿਖੇ ਹੋਏ ਹਨ। ਪਾਤਸ਼ਾਹ ਨੇ ਉਸੀ ਵਕਤ ਆਪਣੇ ਵਜ਼ੀਰ ਨੂੰ ਸੱਦ ਕੇ ਆਖਿਆ ਕਿ ਬਾਹਰ ਇੱਕ ਫਕੀਰ ਬੈਠਾ ਹੈ, ਉਸ ਦੇ ਗਲ ਦੀ ਖਿੱਖਤ ਚੋਲਾ ਉਤਾਰ ਕੇ ਲੈ ਆਵੋ। ਵਜ਼ੀਰ ਨੇ ਗੁਰੂ ਜੀ ਪਾਸ ਆਣ ਕੇ ਆਖਿਆ, ਹੇ ਦਰਵੇਸ਼, ਇਹ ਚੋਲਾ ਉਤਾਰ ਦਿਓ, ਬਾਦਸ਼ਾਹ ਮੰਗਦਾ ਹੈ। ਜੇ ਹੁਕਮ ਨਾ ਮੰਨੋਗੇ ਤਾਂ ਬਾਦਸ਼ਾਹ ਬਹੁਤ ਦੁੱਖ ਦੇਵੇਗਾ। ਗੁਰੂ ਜੀ ਨੇ ਕਿਹਾ, ਜੇ ਲਹਿੰਦਾ ਹੈ ਤਾਂ ਲਾਹ ਲਵੋ। ਤਦ ਵਜ਼ੀਰ ਤੇ ਉਸ ਦੇ ਸਾਥੀਆਂ ਨੇ ਬਹੁਤ ਜ਼ੋਰ ਲਾਇਆ, ਪਰ ਚੋਲਾ ਗੁਰੂ ਜੀ ਦੇ ਗਲੋਂ ਨਾ ਲੱਥਾ। ਨਾ ਖਿੱਚਿਆ ਹੀ ਜਾਏ, ਨਾ ਪਾਟੇ ਹੀ। ਇਹ ਗੱਲ ਵੇਖ ਕੇ ਸਾਰੇ ਲੋਕ ਹੈਰਾਨ ਹੋ ਗਏ। ਫਿਰ ਜਦ ਇਹ ਗੱਲ ਬਾਦਸ਼ਾਹ ਨੇ ਸੁਣੀ ਤਾਂ ਉਸ ਨੇ ਬਹੁਤ ਕ੍ਰੋਧ ਨਾਲ ਆਖਿਆ, ਹਿੰਦੂ ਜਾਪਦਾ ਹੈ, ਇਸ ਨੂੰ ਡੂੰਘੀ ਨਦੀ ਵਿੱਚ ਡੋਬ ਦਿਓ। ਵਜ਼ੀਰ ਨੇ ਆਣ ਕੇ ਗੁੱਸੇ ਨਾਲ ਗੁਰੂ ਜੀ ਨੂੰ ਫੜ ਕੇ ਨਦੀ ਵਿੱਚ ਸੁੱਟ ਦਿੱਤਾ। ਪਾਣੀ ਵਿੱਚ ਉਸ ਚੋਲੇ ਨੂੰ ਇੱਕ ਤੁਪਕਾ ਵੀ ਪਾਣੀ ਨਾ ਲੱਗਾ। ਗੁਰੂ ਜੀ ਨਦੀ ਦੇ ਕਿਨਾਰੇ ਉੱਤੇ ਆਣ ਬੈਠੇ। ਫਿਰ ਵਜ਼ੀਰ ਨੇ ਬਾਦਸ਼ਾਹ ਨੂੰ ਦੱਸਿਆ ਕਿ ਉਹ ਫਕੀਰ ਡੁੱਬਣਾ ਨਹੀਂ ਹੈ, ਅਸਾਂ ਬਹੁਤ ਜ਼ੋਰ ਲਾਇਆ ਹੈ। ਤਦ ਬਾਦਸ਼ਾਹ ਨੇ ਕਿਹਾ, ਲੱਕੜਾਂ ਦਾ ਢੇਰ ਇਕੱਠਾ ਕਰਕੇ ਇਸ ਨੂੰ ਉਸ ਢੇਰ ਵਿੱਚ ਬਿਠਾ ਕੇ ਸਾੜ ਦਿਓ। ਜਦ ਵਜ਼ੀਰ ਨੇ ਇਸ ਤਰ੍ਹਾਂ ਹੀ ਲੱਕੜਾਂ ਦੇ ਢੇਰ ਵਿੱਚ ਗੁਰੂ ਜੀ ਨੂੰ ਸਾੜਨਾ ਚਾਹਿਆ ਤਾਂ ਗੁਰੂ ਜੀ ਜਿਉਂਦੇ ਤਿਉਂ ਹੀ ਬੈਠੇ ਰਹੇ। ਲੱਕੜਾਂ ਸੜ ਕੇ ਸੁਆਹ ਹੋ ਗਈਆਂ। ਜਦ ਬਾਦਸ਼ਾਹ ਨੇ ਇਹ ਖਬਰ ਸੁਣੀ ਤਾਂ ਉਹ ਗੁੱਸੇ ਨਾਲ ਬੋਲਿਆ ਕਿ ਇਹ ਫਕੀਰ ਕੋਈ ਚੇਟਕੀ ਜਾਪਦਾ ਹੈ, ਮੇਰੇ ਸਾਹਮਣੇ ਇਸ ਨੂੰ ਪੱਥਰ ਮਾਰ ਕੇ ਮਾਰ ਦਿਓ। ਤਦ ਲੋਕਾਂ ਨੇ ਵੇਖਦੇ ਵੇਖਦੇ ਹੀ ਗੁਰੂ ਜੀ ਨੂੰ ਪੱਥਰ ਹੇਠਾਂ ਦੱਬ ਦਿੱਤਾ। ਬਾਦਸ਼ਾਹ ਇਸ ਤਰ੍ਹਾਂ ਆਪ ਜੀ ਨੂੰ ਪੱਥਰਾਂ ਹੇਠਾਂ ਦਬਾ ਕੇ ਆਪ ਘਰ ਨੂੰ ਚਲਿਆ ਗਿਆ ਕਿ ਹੁਣ ਆਪੇ ਹੀ ਮਰ ਜਾਏਗਾ। ਪਰ ਜਦ ਅੰਮ੍ਰਿਤ ਵੇਲਾ ਹੋਇਆ ਤਾਂ ਗੁਰੂ ਜੀ ਆਪਣੇ ਅਸਥਾਨ 'ਤੇ ਆਣ ਬਿਰਾਜੇ। ਲੋਕ ਆਪ ਜੀ ਨੂੰ ਵੇਖ ਕੇ ਬੜੇ ਹੈਰਾਨ ਹੋਏ ਅਤੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਫਕੀਰ ਤਾਂ ਆਪਣੇ ਦੋਹਾਂ ਸਾਥੀਆਂ ਪਾਸ ਸਹੀ ਸਲਾਮਤ ਬੈਠਾ ਹੈ। ਤਦ ਬਾਦਸ਼ਾਹ ਨੇ ਕਿਹਾ, ਹੇ ਖੁਦਾ, ਇਹ ਕੀ ਭੇਦ ਹੈ? ਮੰਤਰੀਆਂ ਨੇ ਕਿਹਾ, ਬਾਦਸ਼ਾਹ, ਇਹ ਖੁਦਾ ਦਾ ਰੂਪ ਹਨ, ਹੋਰ ਕਿਸੇ ਵਿੱਚ ਇਤਨੀ ਅਜ਼ਮਤ ਸ਼ਕਤੀ ਨਹੀਂ ਹੋ ਸਕਦੀ। ਇਹ ਕੋਈ ਬੰਦਗੀ ਵਾਲਾ ਕਾਮਲ ਫਕੀਰ ਹੈ। ਤੁਸੀਂ ਇਸ ਤੋਂ ਮਾफ़ੀ ਮੰਗ ਲਵੋ, ਨਹੀਂ ਤਾਂ ਕ੍ਰੋਧ ਕਰਕੇ ਸਾਰਾ ਨਗਰ ਹੀ ਭਸਮ ਨਾ ਕਰ ਦੇਵੇ। ਮੰਤਰੀਆਂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਡਰਿਆ ਅਤੇ ਗੁਰੂ ਜੀ ਦੇ ਚਰਨਾਂ 'ਤੇ ਆ ਪਿਆ। ਹੱਥ ਜੋੜ ਕੇ ਕਿਹਾ, ਮਹਾਰਾਜ, ਮੈਂ ਬਹੁਤ ਭੁੱਲਾਂ ਕੀਤੀਆਂ ਹਨ, ਮੈਨੂੰ ਬਖਸ਼ ਲਵੋ। ਆਪ ਬਖਸ਼ਣਹਾਰ ਹੋ, ਫਿਰ ਮੈਂ ਐਸਾ ਕਦੀ ਨਹੀਂ ਕਰਾਂਗਾ। ਉਸ ਦੀ ਦੀਨਤਾ ਵੇਖ ਕੇ ਗੁਰੂ ਜੀ ਨੇ ਕਿਹਾ, ਹੇ ਬਾਦਸ਼ਾਹ, ਜੇ ਤੂੰ ਮਨੁੱਖਾਂ ਨੂੰ ਮਾਰਨਾ ਛੱਡ ਦੇਵੇਂ ਤਾਂ ਤੂੰ ਬਖਸ਼ਿਆ ਜਾ ਸਕਦਾ ਹੈ। ਜੇ ਤੂੰ ਇਹ ਨਹੀਂ ਕਰੇਂਗਾ ਤਾਂ ਨਰਕਾਂ ਵਿੱਚ ਪੈ ਕੇ ਬਹੁਤ ਦੁੱਖ ਪਾਵੇਂਗਾ। ਬਾਦਸ਼ਾਹ ਲਾਜਬਰਦ ਨੇ ਕਿਹਾ, ਮਹਾਰਾਜ, ਜਦ ਦੇ ਤੁਹਾਡੇ ਚਰਨ ਪਰਸੇ ਹਨ, ਮੇਰੇ ਵਿੱਚ ਇੱਕ ਤੀਲਾ ਤੋੜਨ ਦੀ ਤਾਕਤ ਵੀ ਨਹੀਂ ਰਹੀ। ਹੁਣ ਮੈਂ ਕਿਸੇ ਪੁਰਸ਼ ਨੂੰ ਨਹੀਂ ਮਾਰਾਂਗਾ ਅਤੇ ਜੋ ਹੁਕਮ ਕਰੋ ਉਹ ਵੀ ਮੰਨਾਂਗਾ। ਤਦ ਗੁਰੂ ਜੀ ਨੇ ਕਿਹਾ, ਜੇ ਤੂੰ ਸਾਡਾ ਹੁਕਮ ਮੰਨਣਾ ਹੈ ਤਾਂ ਸਤਨਾਮ ਦਾ ਸਿਮਰਨ ਕਰਿਆ ਕਰ। ਖੁਦਾ ਦੇ ਨਾਮ 'ਤੇ ਲੰਗਰ ਕਰਕੇ ਗਰੀਬਾਂ ਨੂੰ ਛਕਾਇਆ ਕਰ। ਦੇਸ਼ ਵਿੱਚ ਕੋਈ ਭੁੱਖਾ ਨਾ ਰਹੇ। ਬਾਦਸ਼ਾਹ ਨੇ ਗੁਰੂ ਜੀ ਦਾ ਵਚਨ ਮੰਨ ਕੇ ਇਸ ਤਰ੍ਹਾਂ ਦੀ ਧਾਰਨਾ ਧਾਰ ਲਈ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ। ਕੁਝ ਦਿਨ ਇੱਥੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਬਾਲੇ ਨੇ ਕਿਹਾ, ਗੁਰੂ ਜੀ, ਇੱਕ ਦਿਨ ਜਦ ਮੈਂ ਗੁਰੂ ਨਾਨਕ ਜੀ ਪਾਸ ਬੈਠਾ ਸੀ ਤਾਂ ਮੈਂ ਬੇਨਤੀ ਕੀਤੀ, ਪਾਤਸ਼ਾਹ, ਮੇਰਾ ਮਨ ਕਰਦਾ ਹੈ ਕਿ ਮੈਂ ਉਹ ਪੁਲ ਵੇਖਾਂ ਜਿਹੜਾ ਰਾਮਚੰਦਰ ਜੀ ਨੇ ਸਮੁੰਦਰ ਉੱਤੇ ਪੱਥਰ ਤਾਰ ਕੇ ਬੱਧਾ ਸੀ ਅਤੇ ਲੰਕਾ ਵਿੱਚ ਰਾਵਣ ਨੂੰ ਮਾਰ ਕੇ ਸੀਤਾ ਲਿਆਂਦੀ ਸੀ। ਗੁਰੂ ਜੀ ਨੇ ਕਿਹਾ, ਬਾਲਾ,
ਤੇਰੀ ਗੱਲ ਅਸਾਂ ਨਹੀਂ ਮੋੜਨੀ। ਅਤੇ ਫਿਰ ਗੁਰੂ ਜੀ ਤਤਛਿਨ ਹੀ ਤੁਰ ਪਏ ਅਤੇ ਸਮੁੰਦਰ ਦੇ ਕਿਨਾਰੇ ਪਹੁੰਚ ਕੇ ਬੈਠ ਗਏ। ਜਿੱਥੇ ਰਾਮਚੰਦਰ ਜੀ ਨੇ ਪੁਲ ਬੰਦਵਾਇਆ ਸੀ ਉੱਥੇ ਇੱਕ ਸ਼ਿਵਲਿੰਗ ਸਥਾਪਨ ਸੀ। ਮਰਦਾਨੇ ਨੇ ਸ਼ਿਵਲਿੰਗ ਨੂੰ ਵੇਖ ਕੇ ਕਿਹਾ, ਗੁਰੂ ਜੀ, ਇਹ ਸ਼ਿਵਲਿੰਗ ਇੱਥੇ ਕਿਉਂ ਸਥਾਪਨ ਹੈ? ਇਸ ਦਾ ਪ੍ਰਸੰਗ ਮੈਨੂੰ ਸੁਣਾਓ। ਗੁਰੂ ਜੀ ਨੇ ਦੱਸਿਆ, ਮਰਦਾਨਾ, ਇੱਥੇ ਜਦ ਰਾਮਚੰਦਰ ਜੀ ਬਾਂਦਰਾਂ ਦੀ ਸੈਨਾ ਲੈ ਕੇ ਆਏ ਸਨ ਤਾਂ ਸਮੁੰਦਰ ਤੋਂ ਪਾਰ ਜਾਣ ਵਾਸਤੇ ਇੱਕ ਪੁਲ ਬੰਨਣ ਲੱਗੇ ਸਨ। ਤਦ ਰਾਮਚੰਦਰ ਜੀ ਨੇ ਪਹਿਲਾਂ ਸ਼ਿਵਾ ਦੀ ਪੂਜਾ ਕਰਕੇ ਫਿਰ ਪੁਲ ਬੰਨਣਾ ਆਰੰਭ ਕੀਤਾ ਸੀ। ਉਸ ਸਮੇਂ ਤੋਂ ਇੱਥੇ ਇਹ ਸ਼ਿਵਲਿੰਗ ਸਥਾਪਨ ਹੈ। ਪੁਲ ਬੰਨ੍ਹ ਕੇ ਰਾਮਚੰਦਰ ਨੇ ਲੰਕਾ ਉੱਤੇ ਚੜ੍ਹਾਈ ਕਰਕੇ ਰਾਵਣ ਨੂੰ ਮਾਰਿਆ ਸੀ। ਇਹ ਸੁਣ ਕੇ ਮਰਦਾਨੇ ਨੇ ਕਿਹਾ, ਪਾਤਸ਼ਾਹ, ਰਾਮਚੰਦਰ ਨੇ ਲੰਕਾ ਉੱਤੇ ਚੜ੍ਹਾਈ ਕਿਉਂ ਕੀਤੀ ਸੀ ਤੇ ਰਾਵਣ ਨੂੰ ਕਿਉਂ ਮਾਰਿਆ? ਇਹ ਮੇਰਾ ਸੰਸਾ ਵੀ ਨਿਬੇੜਤ ਕਰੋ ਜੀ। ਗੁਰੂ ਜੀ ਨੇ ਕਿਹਾ, ਮਰਦਾਨਾ, ਇੱਕ ਰਾਜਾ ਦਸ਼ਰਥ ਅਯੋਧਿਆ ਦਾ ਰਾਜਾ ਹੋਇਆ ਹੈ। ਉਸ ਦੀਆਂ 3 ਰਾਣੀਆਂ ਸਨ, ਕੌਸ਼ਲਿਆ, ਕੈਕਈ ਤੇ ਸੁਮਿਤਰਾ। ਇਹਨਾਂ ਰਾਣੀਆਂ ਵਿੱਚੋਂ 4 ਪੁੱਤਰ ਹੋਏ। ਕੌਸ਼ਲਿਆ ਤੋਂ ਜੇਠਾ ਪੁੱਤਰ ਰਾਮਚੰਦਰ ਹੋਇਆ। ਕੈਕਈ ਦੇ ਘਰ ਭਰਤ ਪੁੱਤਰ ਹੋਇਆ ਅਤੇ ਸੁਮਿਤਰਾ ਦੇ ਘਰ ਲਕਸ਼ਮਣ ਤੇ ਸ਼ਤਰੂਘਨ ਹੋਏ। ਸਮਾਂ ਪਾ ਕੇ ਰਾਜਾ ਦਸ਼ਰਥ ਜਦ ਆਪਣੇ ਪੁੱਤਰ ਰਾਮ ਨੂੰ ਰਾਜ ਤਿਲਕ ਦੇਣ ਲੱਗਾ ਤਾਂ ਕੈਕਈ ਨੇ ਰਾਜੇ ਤੋਂ ਜੋ 3 ਬਚਨ ਲਏ ਹੋਏ ਸਨ ਉਹਨਾਂ ਅਨੁਸਾਰ ਰਾਜੇ ਨੂੰ ਮਜਬੂਰ ਕਰਕੇ ਰਾਮਚੰਦਰ ਨੂੰ 14 ਸਾਲ ਦਾ ਬਨਵਾਸ ਅਤੇ ਆਪਣੇ ਪੁੱਤਰ ਭਰਤ ਨੂੰ ਰਾਜ ਤਿਲਕ ਪਿਤਾ ਦੀ ਆਗਿਆ ਮੰਨ ਕੇ ਰਾਮਚੰਦਰ, ਸੀਤਾ ਜੀ ਤੇ ਲਛਮਣ ਨਾਲ ਬਨਵਾਸ ਨੂੰ ਚਲੇ ਗਏ। ਬਨਵਾਸ ਵਿੱਚ ਰਾਵਣ ਦੀ ਭੈਣ ਸੂਪਨਖਾ ਨੇ ਲਛਮਣ ਨੂੰ ਆਪਣੇ ਨਾਲ ਸ਼ਾਦੀ ਕਰਨ ਵਾਸਤੇ ਆਖਿਆ, ਪਰ ਲਛਮਣ ਨੇ ਉਸ ਦੀ ਇਹ ਗੱਲ ਨਾ ਮੰਨੀ। ਤਦ ਸੂਪਨਖਾ ਜਦ ਲਛਮਣ ਨੂੰ ਬਹੁਤ ਤੰਗ ਕਰਨ ਲੱਗੀ ਤਾਂ ਉਸ ਨੇ ਗੁੱਸੇ ਨਾਲ ਸੂਪਨਖਾ ਦਾ ਨੱਕ ਵੱਢ ਦਿੱਤਾ। ਸੂਪਨਖਾ ਨੇ ਆਪਣੇ ਭਾਈ ਰਾਵਣ ਨੂੰ ਜਾ ਕੇ ਦੱਸਿਆ ਤਾਂ ਉਹ ਆਪਣੀ ਭੈਣ ਦਾ ਬਦਲਾ ਲੈਣ ਵਾਸਤੇ ਜੋਗੀ ਦਾ ਭੇਸ ਧਾਰ ਕੇ ਸੀਤਾ ਨੂੰ ਵਨ ਵਿੱਚੋਂ ਚੁਰਾ ਕੇ ਲੰਕਾ ਵਿੱਚ ਲੈ ਗਿਆ। ਤਦ ਰਾਮਚੰਦਰ ਜੀ ਨੇ ਸੀਤਾ ਨੂੰ ਵਾਪਸ ਲਿਆਉਣ ਵਾਸਤੇ ਬਾਂਦਰਾਂ ਦੀ ਸੈਨਾ ਇਕੱਠੀ ਕਰਕੇ ਸਮੁੰਦਰ ਉੱਤੇ ਪੁਲ ਬੱਧਾ ਅਤੇ ਰਾਵਣ ਨੂੰ ਮਾਰ ਕੇ ਸੀਤਾ ਨੂੰ ਵਾਪਸ ਲਿਆ ਕੇ ਅਯੋਧਿਆ ਵਿੱਚ ਕਈ ਵਰਸ ਰਾਮ ਰਾਜ ਧਰਮ ਦਾ ਕਰਕੇ ਪ੍ਰਜਾ ਦੀ ਪਾਲਣਾ ਕੀਤੀ। ਲੰਕਾ ਤੇ ਵਿਭੀਖਣ ਦਾ ਪ੍ਰਸੰਗ। ਬਾਲੇ ਨੇ ਕਿਹਾ, ਗੁਰੂ ਜੀ। ਫਿਰ ਮਰਦਾਨੇ ਨੇ ਪੁੱਛਿਆ, ਮਹਾਰਾਜ, ਲੰਕਾ ਨੂੰ ਉਸ ਪੁਲ ਉੱਤੋਂ ਲੰਘ ਕੇ ਚੱਲੋ ਜਿਹੜਾ ਰਾਮਚੰਦਰ ਨੇ ਬੱਧਾ ਸੀ। ਗੁਰੂ ਜੀ ਨੇ ਕਿਹਾ, ਉਹ ਪੁਲ ਰਾਮਚੰਦਰ ਨੇ ਲੰਕਾ ਤੋਂ ਵਾਪਸ ਆਣ ਕੇ ਤੋੜ ਦਿੱਤਾ ਸੀ। ਹੁਣ ਅਸੀਂ ਪ੍ਰਮਾਤਮਾ ਦਾ ਨਾਮ ਲੈ ਕੇ ਸਮੁੰਦਰ ਤੋਂ ਪਾਰ ਲੰਘਾਂਗੇ। ਇਹ ਆਖ ਕੇ ਗੁਰੂ ਜੀ ਸਮੁੰਦਰ ਉੱਤੇ ਇਸ ਤਰ੍ਹਾਂ ਤੁਰ ਪਏ ਜਿਸ ਤਰ੍ਹਾਂ ਧਰਤੀ ਉੱਤੇ ਤੁਰੀਦਾ ਹੈ। ਜਦ ਅੱਧੇ ਰਸਤੇ ਵਿੱਚ ਗਏ ਤਾਂ ਇੱਕ ਵੱਡਾ ਮੱਛ ਵੇਖ ਕੇ ਗੁਰੂ ਜੀ ਉਸ ਦੇ ਸਿਰ ਉੱਤੇ ਅਤੇ ਮੈਂ ਤੇ ਮਰਦਾਨਾ ਉਸ ਮੱਛ ਦੀ ਪਿੱਠ ਉੱਤੇ ਖੜੇ ਹੋ ਗਏ। ਮਰਦਾਨਾ ਹੈਰਾਨ ਹੋ ਕੇ ਕਹਿਣ ਲੱਗਾ, ਗੁਰੂ ਜੀ, ਇਸ ਮੱਛ ਨੇ ਤੁਹਾਡੇ ਪ੍ਰਭਾਵ ਕਰਕੇ ਹੀ ਸਾਨੂੰ ਨਹੀਂ ਖਾਧਾ, ਨਹੀਂ ਤਾਂ ਸਾਨੂੰ ਇੱਕ ਦਾਣੇ ਵਾਂਗੂ ਸਾਬਤ ਹੀ ਅੰਦਰ ਕਰ ਲੈਂਦਾ। ਗੁਰੂ ਜੀ ਨੇ ਕਿਹਾ, ਮਰਦਾਨਾ, ਸੰਸਾ ਨਾ ਕਰ, ਚੁੱਪ ਕਰਕੇ ਚਲਿਆ ਆ। ਜਦ ਗੁਰੂ ਜੀ ਦੇ ਚਰਨ ਮੱਛ ਦੇ ਸਿਰ ਨੂੰ ਛੂਹੇ ਤਾਂ ਉਸ ਨੂੰ ਬੋਲਣ ਦੀ ਸਮਰੱਥਾ ਹੋ ਗਈ। ਉਸ ਨੇ ਕਿਹਾ, ਮਹਾਰਾਜ, ਮੇਰਾ ਉਧਾਰ ਕਰੋ। ਗੁਰੂ ਜੀ ਨੇ ਕਿਹਾ, ਤੂੰ ਕੌਣ ਹੈ? ਇਹ ਮੱਛ ਦੀ ਜੂਨ ਕਿਸ ਤਰ੍ਹਾਂ ਪਾਈ ਹੈ? ਜਦ ਮੱਛ ਨੇ ਦੀਨ ਹੋ ਕੇ ਦੱਸਿਆ ਕਿ ਮੈਂ ਜਨਕ ਰਾਜਾ ਦੇ ਸਮੇਂ ਪਾਣੀ ਵਿੱਚ ਖੜੇ ਹੋ ਕੇ ਬੜਾ ਤਪ ਕੀਤਾ ਸੀ। ਇੱਕ ਦਿਨ ਉੱਥੇ ਜਨਕ ਜੀ ਆ ਗਏ। ਉਹਨਾਂ ਨੇ ਮੈਨੂੰ ਆਖਿਆ, ਤੇਰੀ ਕਠਨ ਤਪੱਸਿਆ ਪੂਰੀ ਹੋ ਗਈ ਹੈ, ਹੁਣ ਤੂੰ ਸਤ ਸੰਗ ਕਰਿਆ ਕਰ ਤੇ ਸੇਵਾ ਕਮਾਇਆ ਕਰ। ਮੈਂ ਆਖਿਆ, ਜਦ ਮੈਂ 1 ਸਾਲ ਹੋਰ ਇਸ ਤਰ੍ਹਾਂ ਕਰਾਂਗਾ ਤਾਂ ਮੇਰਾ ਤਪ ਨਿਰਵਿਘਨ ਪੂਰਾ ਹੋਵੇਗਾ। ਇਹ ਗੱਲ ਸੁਣ ਕੇ ਜਨਕ ਨੇ ਕਿਹਾ, ਤੂੰ ਮੇਰੀ ਗੱਲ ਨਹੀਂ ਮੰਨੀ, ਇਸ ਕਰਕੇ ਤੂੰ ਪਾਣੀ ਵਿੱਚ ਰਹਿਣ ਵਾਲਾ ਇੱਕ ਵੱਡਾ ਮੱਛ ਹੋਵੇਂਗਾ। ਜਨਕ ਦਾ ਬਚਨ ਸੁਣ ਕੇ ਮੈਂ ਬਹੁਤ ਡਰ ਗਿਆ ਅਤੇ ਬੇਨਤੀ ਕੀਤੀ ਕਿ ਮਹਾਰਾਜ, ਮੇਰਾ ਇਸ ਜੂਨ ਤੋਂ ਉਧਾਰ ਕਦੋਂ ਹੋਵੇਗਾ? ਜਨਕ ਨੇ ਕਿਹਾ, ਕਲਯੁਗ ਵਿੱਚ ਜਦ ਗੁਰੂ ਨਾਨਕ ਅਵਤਾਰ ਧਾਰਨਗੇ ਤਾਂ ਉਹਨਾਂ ਦੇ ਚਰਨ ਛੂਹਣ ਨਾਲ ਤੇਰੇ ਇਸ ਸਰਾਪ ਦਾ ਅੰਤ ਹੋਵੇਗਾ। ਮੈਂ ਪੁੱਛਿਆ ਕਿ ਮੈਨੂੰ ਕਿਸ ਤਰ੍ਹਾਂ ਲੱਗੇਗਾ ਕਿ ਇਹ ਗੁਰੂ ਨਾਨਕ ਜੀ ਹਨ? ਜਨਕ ਨੇ ਕਿਹਾ, ਉਹਨਾਂ ਦੇ ਚਰਨ ਛੂਹਣ ਨਾਲ ਤੈਨੂੰ ਸੋਝੀ ਹੋ ਜਾਏਗੀ। ਸੋ ਆਪ ਨਾਨਕ ਨਿਰੰਕਾਰੀ ਹੋ, ਮੇਰਾ ਉਧਾਰ ਕਰ ਦਿਓ, ਮੈਂ ਤੁਹਾਡੀ ਸ਼ਰਨ ਆਇਆ ਹਾਂ। ਗੁਰੂ ਜੀ ਨੇ ਕਿਹਾ, ਤੇਰੀ ਉਮਰ ਅਜੇ 8 ਪਹਿਰ ਬਾਕੀ ਹੈ, ਤਦ ਤੱਕ ਤੂੰ ਸਤਨਾਮ ਦਾ ਸਿਮਰਨ ਕਰ।
ਤੇਰਾ ਉਦਾਰ ਕਰਕੇ ਹੀ ਅਸੀਂ ਜਾਵਾਂਗੇ। ਜਦ 8 ਪਹਿਰ ਸਿਮਰਨ ਕਰਨ ਪਿੱਛੋਂ ਮੱਛ ਦੀ ਦੇਹੀ ਛੁੱਟ ਗਈ ਤਾਂ ਉਹ ਗੁਰੂ ਜੀ ਦੀ ਉਸਤਤੀ ਕਰਦਾ ਹੋਇਆ ਬੈਕੁੰਠ ਨੂੰ ਚਲਿਆ ਗਿਆ। ਮੱਛ ਦੀ ਗਤੀ ਕਰਕੇ ਗੁਰੂ ਜੀ ਲੰਕਾ ਪਾਸ ਪਹੁੰਚ ਗਏ। ਉੱਥੇ ਵੱਡੇ ਵੱਡੇ ਦੈਂਤ ਫਿਰਦੇ ਸਨ। ਉਹਨਾਂ ਨੂੰ ਵੇਖ ਕੇ ਮਰਦਾਨੇ ਨੇ ਡਰ ਕੇ ਕਿਹਾ, ਮਹਾਰਾਜ ਅੱਗੇ ਨਾ ਜਾਓ, ਇੱਕ ਛਿਨ ਵਿੱਚ ਹੀ ਸਾਨੂੰ ਖਾ ਜਾਣਗੇ। ਗੁਰੂ ਜੀ ਕਿਹਾ, ਮਰਦਾਨਾ ਅਜੇ ਤੈਨੂੰ ਵੀ ਭਰੋਸਾ ਨਹੀਂ ਆਇਆ? ਤੂੰ ਰੋਜ਼ ਹੀ ਐਸੇ ਕੌਤਕ ਵੇਖਦਾ ਤੇ ਸੁਣਦਾ ਰਹਿੰਦਾ ਹੈ। ਸਰੀਰ ਦਾ ਮੋਹ ਤਿਆਗ ਦੇ, ਫੇਰ ਤੈਨੂੰ ਕੋਈ ਭੈ ਨਹੀਂ ਲੱਗੇਗਾ। ਇਤਨੇ ਨੂੰ 2 ਦੈਂਤ ਆ ਗਏ। ਉਹਨਾਂ ਨੇ ਪੁੱਛਿਆ, ਤੁਸੀਂ ਕਿੱਥੋਂ ਆਏ ਹੋ? ਇੱਥੇ ਕਿਉਂ ਬੈਠੇ ਹੋ? ਗੁਰੂ ਜੀ ਨੇ ਕਿਹਾ, ਅਸੀਂ ਰਾਮ ਦੇ ਦੂਤ ਹਾਂ ਅਤੇ ਵਿਭੀਖਣ ਨੂੰ ਮਿਲਣ ਆਏ ਹਾਂ। ਤਦ ਦੈਂਤਾਂ ਨੇ ਵਿਭੀਖਣ ਨੂੰ ਜਾ ਕੇ ਦੱਸਿਆ ਕਿ ਬਾਹਰ ਬਾਗ ਵਿੱਚ 3 ਮਨੁੱਖ ਬੈਠੇ ਹਨ ਜੋ ਕਹਿੰਦੇ ਹਨ ਕਿ ਅਸੀਂ ਰਾਮ ਦੇ ਦੂਤ ਹਾਂ ਤੇ ਵਿਭੀਖਣ ਨੂੰ ਮਿਲਣਾ ਚਾਹੁੰਦੇ ਹਾਂ। ਵਿਭੀਖਣ ਤਤਕਾਲ ਗੁਰੂ ਜੀ ਨੂੰ ਮਿਲਣ ਨੰਗੇ ਪੈਰੀ ਤੁਰ ਪਿਆ। ਬਹੁਤ ਸਾਰੇ ਰਾਖਸ਼ ਅਤੇ ਭੇਟਾ ਲੈ ਕੇ ਗੁਰੂ ਜੀ ਪਾਸ ਪਹੁੰਚ ਗਿਆ ਅਤੇ ਰਾਮ ਆਖ ਕੇ ਪਾਸ ਬੈਠ ਗਿਆ। ਗੁਰੂ ਜੀ ਪੁੱਛਿਆ, ਤੁਹਾਨੂੰ ਰਾਮਚੰਦਰ ਜੀ ਨੇ ਫੇਰ ਕਦੀ ਦਰਸ਼ਨ ਹੋਏ ਹਨ ਕਿ ਨਹੀਂ? ਵਿਭੀਖਣ ਨੇ ਕਿਹਾ, ਉਹ ਸਦਾ ਹੀ ਮੇਰੇ ਹਿਰਦੇ ਵਿੱਚ ਵਸਦੇ ਹਨ। ਜਦ ਤੋਂ ਉਹਨਾਂ ਨੇ ਮੈਨੂੰ ਲੰਕਾ ਦਾ ਰਾਜ ਬਖਸ਼ਿਆ ਹੈ, ਤਦ ਤੋਂ ਮੈਂ ਸਦਾ ਹੀ ਉਹਨਾਂ ਦੇ ਗੁਣ ਗਾਉਂਦਾ ਰਹਿੰਦਾ ਹਾਂ। ਉਪਰੰਤ ਜਦ ਮੈਂ ਰਾਮਚੰਦਰ ਜੀ ਨੂੰ ਸੀਤਾ ਮਾਤਾ ਨਾਲ ਅਯੁੱਧਿਆ ਵਿੱਚ ਛੱਡ ਕੇ ਵਾਪਸ ਮੁੜਨ ਲੱਗੇ ਨੇ ਪੁੱਛਿਆ ਸੀ ਕਿ ਹੁਣ ਫੇਰ ਤੁਹਾਡੇ ਦਰਸ਼ਨ ਕਦੋਂ ਹੋਣਗੇ? ਤਦ ਉਹਨਾਂ ਨੇ ਕਿਹਾ ਸੀ ਕਿ ਸੰਤਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ, ਸੋ ਆਪ ਮੈਨੂੰ ਉਪਦੇਸ਼ ਦਿਓ। ਮੈਂ ਤੁਹਾਡੇ ਤੇ ਰਾਮਚੰਦਰ ਵਿੱਚ ਕੋਈ ਭੇਦ ਨਹੀਂ ਸਮਝਦਾ। ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ਸ਼੍ਰੀ ਮੁਖਵਾਕ ਗੁਰਮੁਖ ਬਾਂਧਿਓ, ਸੇਤ ਵਿਧਾਤੇ ਲੰਕਾ ਲੂਟੀ ਦੈਂਤ ਸੰਤਾਪੇ। ਰਾਮਚੰਦ ਮਾਰਿਓ ਇਹ ਰਾਵਣ, ਭੇਦ ਵਿਭੀਖਣ ਗੁਰਮੁਖ ਪਰਚਾਇਣ। ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ 33 ਉਦਾਰੇ। ਗੁਰੂ ਜੀ ਨੇ ਕਿਹਾ, ਹੇ ਵਿਭੀਖਣ, ਤੂੰ ਅੱਗੇ ਹੀ ਗੁਰਮੁਖ ਹੈ। ਤੂੰ ਸਾਰਾ ਭੇਦ ਰਾਮਚੰਦਰ ਨੂੰ ਦੇ ਦਿੱਤਾ ਅਤੇ ਉਸ ਨੇ ਰਾਵਣ ਨੂੰ ਮਾਰ ਕੇ ਸਾਰੇ ਕੰਮ ਸਵਾਰ ਲਏ। ਗੁਰੂ ਦੇ ਸ਼ਬਦਾਂ ਨੂੰ ਵਿਚਾਰ ਕੇ ਹੀ ਰਾਮਚੰਦਰ ਨੇ ਸਮੁੰਦਰ ਉੱਤੇ ਪੱਥਰ ਤਾਰੇ ਸਨ। ਸਤਿਗੁਰੂ ਜੀ ਦਾ ਸ਼ਬਦ ਸਭ ਤੋਂ ਵੱਡਾ ਹੈ, ਜਿਸ ਨੇ 33 ਕਰੋੜ ਦੇਵਤਿਆਂ ਨੂੰ ਰਾਖਸ਼ਾਂ ਤੋਂ ਛੁਡਾਇਆ। ਇਸ ਕਰਕੇ ਹੇ ਵਿਭੀਖਣ, ਸਾਡਾ ਹੀ ਉਪਦੇਸ਼ ਦਿਲ ਵਿੱਚ ਧਾਰਨਾ ਕਰੋ ਕਿ ਜਗਤ ਸੁਪਨੇ ਸਮਾਨ ਹੈ ਤੇ ਆਤਮਾ ਹੀ ਸਾਰੇ ਵਿਆਪਕ ਹੈ। ਸੰਤਾਂ ਦੀ ਸੰਗਤ ਕਰਿਆ ਕਰੋ। ਫਿਰ ਮਰਦਾਨੇ ਨੇ ਪੁੱਛਿਆ, ਮਹਾਰਾਜ ਸੁਣਿਆ ਹੈ ਕਿ ਇੱਥੇ ਹਨੂਮਾਨ ਵੀ ਰਹਿੰਦਾ ਹੈ। ਵਿਭੀਖਣ ਨੇ ਕਿਹਾ, ਉਹ ਰਾਵਣ ਦੀ ਚਿਖਾ ਪਾਸ ਬੈਠਾ ਹੈ, ਪਰ ਸ਼੍ਰੀ ਰਾਮਚੰਦਰ ਤੋਂ ਬਿਨਾਂ ਹੋਰ ਕਿਸੇ ਨੂੰ ਨਮਸਕਾਰ ਨਹੀਂ ਕਰਦਾ। ਗੁਰੂ ਜੀ ਨੇ ਕਿਹਾ, ਅਸੀਂ ਰਾਮਚੰਦਰ ਦਾ ਸਰੂਪ ਹੀ ਹਾਂ, ਉਸ ਨੂੰ ਸੱਦ ਕੇ ਵਿਖਾ ਦਿਓ। ਤਦ ਇੱਕ ਰਾਕਸ਼ ਨੂੰ ਭੇਜ ਕੇ ਹਨੂਮਾਨ ਨੂੰ ਆਖਿਆ ਕਿ ਲੰਕਾ ਦੇ ਬਾਹਰ ਸ਼੍ਰੀ ਰਾਮਚੰਦਰ ਜੀ ਸੀਤਾ ਸਹਿਤ ਬੈਠੇ ਹੋਏ ਹਨ, ਉਹ ਤੈਨੂੰ ਬੁਲਾਉਂਦੇ ਹਨ। ਪਹਿਲਾ ਵਿਭੀਖਣ ਵੀ ਉਹਨਾਂ ਪਾਸ ਗਿਆ ਹੋਇਆ ਹੈ। ਇਹ ਗੱਲ ਸੁਣ ਕੇ ਹਨੂਮਾਨ ਪ੍ਰਸੰਨ ਹੋ ਕੇ ਰਾਕਸ਼ ਨਾਲ ਚੱਲ ਪਿਆ। ਇੱਧਰ ਗੁਰੂ ਜੀ ਨੇ ਸ਼੍ਰੀ ਰਾਮਚੰਦਰ ਜੀ ਦਾ ਰੂਪ ਧਾਰਨ ਕਰ ਲਿਆ। ਮੈਂ ਲਛਮਣ ਦਾ ਅਤੇ ਮਰਦਾਨਾ ਸੀਤਾ ਦਾ ਰੂਪ ਧਾਰ ਬੈਠਾ। ਉਤਨੇ ਨੂੰ ਹਨੂਮਾਨ ਆ ਗਿਆ, ਜਿਸ ਦੀ ਪਹਾੜ ਵਾਂਗੂ ਬੜੀ ਭਿਆਨਕ ਦੇਹੀ ਸੀ। ਮੋਢੇ ਉੱਤੇ ਗੁਰਜ ਰੱਖੀ ਹੋਈ ਸੀ। ਉਸ ਨੇ ਰਾਮਚੰਦਰ ਦਾ ਸਰੂਪ ਵੇਖ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਬੜਾ ਆਨੰਦ ਹੋ ਕੇ ਬੈਠ ਗਿਆ। ਉਸ ਦੇ ਮਨ ਦੀ ਪ੍ਰਸੰਨਤਾ ਵੇਖ ਕੇ ਗੁਰੂ ਜੀ ਨੇ ਕਿਹਾ, ਦੋਹਰਾ ਸਰਬ ਵਿਆਪੀ ਮੋਹ ਕੋ ਜਬ ਜਾਨਹਿ ਮਨ ਮਾਹਾ, ਸਦਾ ਮਿਲਿਓ ਹਮ ਸੋ ਰਹੈ ਵਿਛਰਨ ਹੋਵੈ ਕਬ ਨਾਹਾ। ਭਾਵ, ਹੇ ਹਨੂਮਾਨ, ਜਦ ਤੂੰ ਮੈਨੂੰ ਸਰਬ ਵਿੱਚ ਵਿਆਪਕ ਜਾਣ ਲਵੇਂਗਾ ਤਾਂ ਤੂੰ ਸਦਾ ਹੀ ਸਾਨੂੰ ਮਿਲਿਆ ਰਹੇਂਗਾ, ਕਦੀ ਵੀ ਵਿਛੜਨਾ ਨਹੀਂ ਹੋਵੇਗਾ। ਇਹ ਜਿਤਨੇ ਸਰੀਰ ਵੇਖ ਰਹੇ ਹੋ, ਇਹ ਸਾਰੇ ਸੀਤਾ ਰਾਮ ਦੀ ਮਾਇਆ ਨੇ ਹੀ ਧਾਰੇ ਹੋਏ ਹਨ। ਸੀਤਾ ਤੋਂ ਬਿਨਾਂ ਕੋਈ ਕੁਝ ਹੋਰ ਨਹੀਂ ਹੈ। ਇਹ ਸੀਤਾ ਹੀ ਰਾਮ ਤੋਂ ਸ਼ਕਤੀ ਲੈ ਕੇ ਸਾਰੇ ਜਗਤ ਨੂੰ ਪੈਦਾ ਕਰਦੀ ਹੈ, ਫਿਰ ਪਾਲਣਾ ਕਰਦੀ ਹੈ ਅਤੇ ਉਪਰੰਤ ਨਾਸ਼ ਕਰਦੀ ਹੈ। ਰਾਮ ਦੀ ਸ਼ਕਤੀ ਪਾ ਕਰਕੇ ਹੀ ਸੀਤਾ ਸਾਰੇ ਕਾਰਜ ਕਰਦੀ ਹੈ। ਇਸ ਕਰਕੇ ਸਭ ਵਿੱਚ ਰਾਮ ਹੈ ਜਾਂ ਸੀਤਾ, ਹੋਰ ਕੋਈ ਤੀਸਰਾ ਨਹੀਂ ਹੈ। ਇਹ ਬਚਨ ਸੁਣ ਕੇ ਹਨੂਮਾਨ ਬੜਾ ਗਦਗਦ ਹੋ ਗਿਆ ਅਤੇ ਧੰਨ ਕਹਿੰਦਾ ਹੋਇਆ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਸਥਾਨ 'ਤੇ ਜਿੱਥੇ ਰਾਵਣ ਦੀ ਚਿਖਾ ਸੀ ਚਲਿਆ ਗਿਆ। 7 ਦੀਪਾਂ ਦੀ ਯਾਤਰਾ। ਭਾਈ ਬਾਲੇ ਨੇ ਕਿਹਾ, ਫਿਰ ਮਰਦਾਨੇ ਨੇ ਕਿਹਾ, ਮਹਾਰਾਜ ਮੈਨੂੰ 7 ਦੀਪ ਵਿਖਾਓ।
ਗੁਰੂ ਜੀ ਨੇ ਕਿਹਾ, ਸਭ ਤੋਂ ਉੱਤਮ ਜੰਬੂ ਦੀਪ ਹੈ। ਇਸ ਦਾ ਵਿਸਥਾਰ 1 ਲੱਖ ਯੋਜਨ ਹੈ। ਇਹ ਸਾਰੇ ਦੀਪਾਂ ਦੇ ਵਿਚਕਾਰ ਹੈ। ਇਸ ਦੀਪ ਵਿੱਚ ਹੀ ਸਭ ਤੋਂ ਵੱਡਾ ਸੁਮੇਰ ਪਰਬਤ ਹੈ, ਜੋ 1 ਲੱਖ ਯੋਜਨ ਹੈ। ਅੱਧਾ ਹੇਠਾਂ ਧਰਤੀ ਵਿੱਚ ਹੈ ਤੇ ਅੱਧਾ ਉੱਪਰ ਦਿਸਦਾ ਹੈ। 9 ਖੰਡ ਜਿਹੜੇ ਤੈਨੂੰ ਵਿਖਾਏ ਹਨ, ਉਹਨਾਂ ਦੇ ਵਿਚਕਾਰਲੀ ਧਰਤੀ ਹੀ ਭਾਰਤ ਖੰਡ ਹੈ। ਗੁਰੂ ਜੀ ਸਮੁੰਦਰ ਦੇ ਪਾਰ ਲੰਘ ਕੇ ਪਲਖ ਦੀਪ ਗਏ। ਇਸ ਦੀਪ ਵਿੱਚ ਲੋਕਾਂ ਦੀ ਉਮਰ 1000 ਵਰ੍ਹੇ ਦੀ ਹੁੰਦੀ ਸੀ। ਦੇਵਤਿਆਂ ਵਰਗੇ ਉਹਨਾਂ ਦੇ ਕਾਰ ਵਿਹਾਰ ਸਨ। ਇਸ ਦੀਪ ਦੇ 7 ਖੰਡ ਸਨ। 7 ਨਦੀਆਂ ਚੱਲਦੀਆਂ ਸਨ। ਲੋਕ ਸੁਖੀ ਵਸਦੇ ਹਨ। ਉਹਨਾਂ ਗੁਰੂ ਜੀ ਨੂੰ ਕਿਹਾ, ਇੱਥੋਂ ਦੇ ਵਸਨੀਕਾਂ ਵਿੱਚ 3 ਦੋਸ਼ ਹਨ। 1, ਜਿਸ ਨੂੰ ਇਹ ਆਪ ਤੋਂ ਵੱਡਾ ਸਮਝਦੇ ਹਨ, ਉਸ ਨਾਲ ਈਰਖਾ ਕਰਦੇ ਹਨ। 2, ਆਪਣੇ ਤੋਂ ਮਾੜੇ ਨੂੰ ਵੇਖ ਕੇ ਹੰਕਾਰ ਕਰਦੇ ਹਨ। 3, ਜਿਸ ਨੂੰ ਆਪਣੇ ਬਰਾਬਰ ਜਾਣਦੇ ਹਨ, ਉਸ ਦੀ ਨਿੰਦਿਆ ਕਰਦੇ ਹਨ। ਇਹਨਾਂ ਗੱਲਾਂ ਕਰਕੇ ਲੋਕ ਦੁਖੀ ਹਨ। ਹੋਰ ਸਭ ਸੁੱਖ ਹੀ ਸੁੱਖ ਹਨ। ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਜੇ ਸਾਡੇ ਬਚਨ ਮੰਨੋਗੇ ਤਾਂ ਤੁਹਾਡੇ ਇਹ ਤਿੰਨੇ ਹੀ ਦੁੱਖ ਦੂਰ ਹੋ ਜਾਣਗੇ, ਆਨੰਦ ਰਹੋਗੇ। ਉਹਨਾਂ ਨੇ ਕਿਹਾ, ਮਹਾਰਾਜ ਜੀ, ਸਾਨੂੰ ਸਿੱਖਿਆ ਦਿਓ ਜਿਸ ਨਾਲ ਸਾਨੂੰ ਸਦਾ ਆਨੰਦ ਰਹੇ। ਗੁਰੂ ਜੀ ਨੇ ਕਿਹਾ, ਸਾਰਿਆਂ ਵਿੱਚ ਇੱਕ ਪਰਮਾਤਮਾ ਵਸ ਰਿਹਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਜਦ ਤੁਸੀਂ ਇਹ ਗੱਲ ਸਮਝ ਲਵੋਗੇ ਤਾਂ ਤੁਹਾਨੂੰ ਦਵੈਤ ਨਹੀਂ ਹੋਵੇਗੀ। ਸਤਨਾਮ ਦਾ ਸਿਮਰਨ ਕਰਿਆ ਕਰੋ। ਤਿਹਾਵਲ ਦਾ ਕੜਾਹ ਪ੍ਰਸ਼ਾਦ ਅਰਦਾਸ ਕਰਕੇ ਸਿੱਖਾਂ ਨੂੰ ਛਕਾਇਆ ਕਰੋ। ਤੁਹਾਨੂੰ ਕੋਈ ਦੁੱਖ, ਈਰਖਾ, ਨਿੰਦਿਆ ਆਦਿ ਨਹੀਂ ਲੱਗੇਗਾ। ਆਪ ਜੀ ਦੇ ਇਹ ਮਿੱਠੇ ਬਚਨ ਸੁਣ ਕੇ ਸਾਰੇ ਲੋਕਾਂ ਨੇ ਸਿੱਖੀ ਧਾਰਨ ਕਰ ਲਈ। ਗੁਰੂ ਜੀ ਕੁਝ ਦਿਨ ਇੱਥੇ ਟਿਕ ਕੇ ਅੱਗੇ ਗੰਨੇ ਦੇ ਰਸ ਦਾ ਸਮੁੰਦਰ ਲੰਘ ਕੇ ਸ਼ਾਲਮਲੀ ਦੀਪ ਵਿੱਚ ਪਹੁੰਚ ਗਏ। ਇਹ ਨਾਮ ਸਿੰਮਲ ਬ੍ਰਿਛ ਦੇ ਨਾਮ 'ਤੇ ਪ੍ਰਸਿੱਧ ਹੈ। ਗੁਰੂ ਜੀ ਇਸ ਨਗਰ ਵਿੱਚ ਜਾ ਬੈਠੇ। ਬਹੁਤ ਲੋਕ ਆਪ ਜੀ ਦੇ ਦਰਸ਼ਨ ਕਰਨ ਆਏ। ਜਦ ਉੱਥੋਂ ਦੇ ਰਾਜੇ ਨੂੰ ਖਬਰ ਹੋਈ ਦੂਸਰੇ ਦੀਪ ਦਾ ਸੰਤ ਆਇਆ ਹੈ, ਤਾਂ ਉਹ ਬਹੁਤ ਉੱਤਮ ਭੇਟਾ ਲੈ ਕੇ ਗੁਰੂ ਜੀ ਕੋਲ ਹਾਜ਼ਰ ਹੋਇਆ। ਗੁਰੂ ਜੀ ਨੇ ਕਿਹਾ, ਰਾਜਨ, ਇਹ ਆਪਣੀ ਭੇਟਾ ਲੈ ਜਾਵੋ, ਸਾਡੇ ਇਹ ਕਿਸੇ ਕੰਮ ਨਹੀਂ ਹਨ। ਰਾਜੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ, ਮੈਨੂੰ ਉਪਦੇਸ਼ ਦਿਓ ਜਿਸ ਨੂੰ ਮੈਂ ਧਾਰਨ ਕਰ ਲਵਾਂ। ਗੁਰੂ ਜੀ ਨੇ ਕਿਹਾ, ਸਤਨਾਮ ਦਾ ਸਿਮਰਨ ਸਦਾ ਕਰਦੇ ਰਹੋ। ਗੁਰੂ ਨਿਮਿਤ ਕੜਾਹ ਪ੍ਰਸ਼ਾਦ ਕਰਕੇ ਸੰਗਤ ਵਿੱਚ ਵਰਤਾਓ, ਸਦਾ ਸੁਖੀ ਰਹੋਗੇ। ਜਦ ਰਾਜੇ ਨੇ ਗੁਰੂ ਜੀ ਦੇ ਬਚਨ ਮੰਨ ਲਏ ਤਾਂ ਆਪ ਜੀ ਨੇ ਉਸ ਨੂੰ ਚਰਨ ਪਾਹੁਲ ਦੇ ਕੇ ਆਪਣਾ ਸਿੱਖ ਬਣਾਇਆ। ਉਪਰੰਤ ਹੋਰ ਬਹੁਤ ਲੋਕ ਚਰਨ ਪਾਹੁਲ ਲੈ ਕੇ ਆਪ ਜੀ ਦੇ ਸਿੱਖ ਬਣੇ। ਕੁਝ ਦਿਨ ਇੱਥੇ ਬਤੀਤ ਕਰਕੇ ਗੁਰੂ ਜੀ ਇਹ 4 ਲੱਖ ਯੋਜਨ ਦਾ ਦੀਪ ਲੰਘ ਕੇ ਸ਼ਰਾਬ ਦੇ ਸਮੁੰਦਰ ਤੋਂ ਪਾਰ ਕੁਸ਼ ਦੀਪ ਵਿੱਚ ਪਹੁੰਚ ਗਏ। ਇੱਥੇ ਕੁਸ਼ਾ ਬਹੁਤ ਹੁੰਦੀ ਹੈ, ਜਿਸ ਕਰਕੇ ਇਸ ਦਾ ਨਾਮ ਕੁਸ਼ ਪ੍ਰਸਿੱਧ ਹੈ। ਗੁਰੂ ਜੀ ਇੱਕ ਨਗਰ ਵਿੱਚ ਜਾ ਬੈਠੇ। ਉੱਥੇ ਬਹੁਤ ਲੋਕ ਭੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਏ। ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਸਤਨਾਮ ਦਾ ਸਿਮਰਨ ਕਰਿਆ ਕਰੋ, ਸੰਤਾਂ ਦੀ ਸੇਵਾ ਕਰਿਆ ਕਰੋ, ਮਨ ਦੇ ਵਿਕਾਰ ਦੂਰ ਕਰਕੇ ਸ਼ੁੱਧ ਹਿਰਦੇ ਨਾਲ ਨਾਮ ਜਪਿਆ ਕਰੋ। ਇਹ ਬਚਨ ਸੁਣ ਕੇ ਬਹੁਤ ਲੋਕਾਂ ਨੇ ਚਰਨ ਪਾਹੁਲ ਲੈ ਕੇ ਸਿੱਖੀ ਧਾਰਨ ਕਰ ਲਈ। ਇੱਥੋਂ ਗੁਰੂ ਜੀ 8 ਯੋਜਨ ਦਾ ਰਸਤਾ ਲੰਘ ਕੇ ਘਿਓ ਦੇ ਸਮੁੰਦਰ ਉੱਤੋਂ ਚੱਲ ਕੇ ਕਰੋਪ ਦੀਪ ਪਹੁੰਚ ਗਏ। ਗੁਰੂ ਜੀ ਇੱਕ ਨਗਰ ਵਿੱਚ ਬੈਠੇ। ਇਸ ਦੀਪ ਦੇ ਲੋਕ ਬੜੇ ਸੁੰਦਰ ਸਨ, ਜੋ ਸਦਾ ਵਿਸ਼ਿਆਂ ਵਿੱਚ ਲਿਪਾਏਮਾਨ ਰਹਿੰਦੇ ਸਨ। ਗੁਰੂ ਜੀ ਨੂੰ ਵੇਖ ਕੇ ਬਹੁਤ ਲੋਕ ਦਰਸ਼ਨ ਕਰਨ ਆਏ। ਜਦ ਰਾਜੇ ਨੂੰ ਖਬਰ ਹੋਈ ਤਾਂ ਬਹੁਤ ਕੁਝ ਲੈ ਕੇ ਹਾਜ਼ਰ ਹੋਇਆ। ਗੁਰੂ ਜੀ ਨੇ ਉਸ ਨੂੰ ਸੁਮਾਰਗ ਤੋਰਨ ਵਾਸਤੇ ਕਿਹਾ, ਹੇ ਰਾਜਾ, ਕਾਲ ਬੜਾ ਬਲੀ ਹੈ, ਜੋ ਸਾਰੇ ਸੰਸਾਰ ਨੂੰ ਖਾ ਰਿਹਾ ਹੈ। ਉਸ ਪਾਸੋਂ ਕਿਸੇ ਦਾ ਛੁਟਕਾਰਾ ਨਹੀਂ ਹੈ। ਤੂੰ ਉਸ ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਲੈ, ਜਿਸ ਦੇ ਬਰਾਬਰ ਹੋਰ ਕੋਈ ਨਹੀਂ ਹੈ। ਜਨਮ ਮਰਨ ਤੋਂ ਕਦੋਂ ਛੁਟਕਾਰਾ ਹੋਵੇਗਾ? ਜਦ ਵਿਸ਼ੇ ਵਿਕਾਰਾਂ ਨੂੰ ਤਿਆਗ ਦਿਓਗੇ। ਗੁਰੂ ਤੇ ਨਿਸ਼ਚਾ ਕਰਕੇ ਸਤਨਾਮ ਦਾ ਸਿਮਰਨ ਕਰੋ। ਗੁਰੂ ਜੀ ਨੇ ਕੁਝ ਦਿਨ ਇੱਥੇ ਟਿਕ ਕੇ ਸਤਸੰਗ ਦੀ ਮਰਿਆਦਾ ਚਲਾਈ ਅਤੇ ਪ੍ਰੇਮ ਭਗਤੀ ਵਿੱਚ ਲੋਕਾਂ ਨੂੰ ਲਾ ਕੇ ਅੱਗੇ ਚੱਲ ਪਏ। 16 ਯੋਜਨ ਦਾ ਇਹ ਦੀਪ ਲੰਘ ਕੇ ਅੱਗੇ ਦੁੱਧ ਦਾ ਸਮੁੰਦਰ ਆਇਆ। ਉਸ ਉੱਤੇ ਤੁਰ ਕੇ ਗੁਰੂ ਜੀ ਸਾਖ ਦੀਪ ਵਿੱਚ ਪਹੁੰਚ ਗਏ। ਇਸ ਦੀਪ ਵਿੱਚ ਦੁੱਧ ਦੀਆਂ ਨਦੀਆਂ ਤੇ ਮਿਸਰੀ ਦੇ ਪਹਾੜ ਸਨ। ਇਸਤਰੀਆਂ ਅਪਸਰਾ ਵਾਂਗੂ ਸੁੰਦਰ ਸਨ। ਇਸ ਦਾ ਵਿਸਤਾਰ 32 ਲੱਖ ਯੋਜਨ ਵਿੱਚ ਕਥਨ ਕਰਦੇ ਹਨ। ਗੁਰੂ ਜੀ ਨੂੰ ਦੂਸਰੇ ਦੀਪ ਦਾ ਆਦਮੀ ਵੇਖ ਕੇ ਬਹੁਤ ਲੋਕ ਇਕੱਠੇ ਹੋ ਗਏ। ਪੁੱਛਣ ਲੱਗੇ, ਤੁਸੀਂ ਇੱਥੇ ਕਿਸ ਤਰ੍ਹਾਂ ਆ ਗਏ ਹੋ? ਗੁਰੂ ਜੀ ਨੇ ਕਿਹਾ, ਜਿਸ ਦੀ ਸੱਤਾ ਨਾਲ ਸਾਰੇ ਗੁਪਤ ਪ੍ਰਗਟ ਕੰਮ ਹੋ ਰਹੇ ਹਨ,
ਅਤੇ ਜਿਸ ਦੀ ਸੱਤਾ ਬਿਨਾਂ ਕੋਈ ਕਾਰ ਵਿਹਾਰ ਨਹੀਂ ਹੋ ਸਕਦਾ। ਅਸੀਂ ਉਸ ਦੇ ਆਸਰੇ ਇੱਥੇ ਆ ਗਏ ਹਾਂ। ਜੇ ਤੁਸੀਂ ਵੀ ਉਸ ਦੀ ਸ਼ਰਨ ਲਵੋਗੇ ਤਾਂ ਸਾਰੇ ਸੁੱਖ ਪ੍ਰਾਪਤ ਹੋਣਗੇ। ਇਹ ਵਿਸ਼ੇ ਆਨੰਦ ਕਟੋਰੇ ਦਾ ਪਾਣੀ ਸਮਾਨ ਤੁਛ ਜਾਣੋ, ਜੋ ਡੁੱਲ ਵੀ ਜਾਂਦਾ ਹੈ, ਜੂਠਾ ਵੀ ਹੋ ਜਾਂਦਾ ਹੈ ਅਤੇ ਠੰਡਾ ਤੱਤਾ ਵੀ ਛੇਤੀ ਹੀ ਹੋ ਜਾਂਦਾ ਹੈ। ਨਾਮ ਸਿਮਰਨ ਦਾ ਜੋ ਆਨੰਦ ਹੈ, ਇਹ ਨਦੀ ਸਮਾਨ ਜਾਣੋ, ਜੋ ਵੱਧਦਾ ਘਟਦਾ ਰਹਿੰਦਾ ਹੈ ਤੇ ਪਿਛਲੇ ਸਾਰੇ ਦੋਸ਼ਾਂ ਨੂੰ ਨਾਸ਼ ਕਰ ਦਿੰਦਾ ਹੈ। ਇਸ ਤੋਂ ਉਪਰੰਤ ਗਿਆਨ ਆਨੰਦ ਹੈ, ਜੋ ਸਮੁੰਦਰ ਦੇ ਪਾਣੀ ਵਾਂਗੂ ਅਥਾਹ ਤੇ ਇੱਕ ਰਸ ਰਹਿਣ ਵਾਲਾ ਹੈ। ਇਸ ਕਰਕੇ ਤੁਸੀਂ ਪਰਮਾਤਮਾ ਦਾ ਨਾਮ ਜਪ ਕਰਕੇ ਗਿਆਨ ਪ੍ਰਾਪਤ ਕਰਕੇ ਸੁੱਖਾਂ ਦੇ ਘਰ ਪਰਮਾਤਮਾ ਵਿੱਚ ਪਹੁੰਚ ਜਾਓਗੇ। ਇਹ ਸਰੀਰ ਕਰਮਾਂ ਦਾ ਬ੍ਰਿਛ ਹੈ, ਅਰੋਗਤਾ ਇਸ ਦੀਆਂ ਟਾਹਣੀਆਂ ਹਨ। ਧਰਮ ਦਾ ਕਰਮ ਕਰਨਾ, ਇਸ ਨੂੰ ਪਾਣੀ ਦੇਣਾ ਹੈ। ਇਸ ਨੂੰ ਸਿਮਰਨ ਦੇ ਸੁੰਦਰ ਫੁੱਲ ਲੱਗਦੇ ਹਨ, ਉਪਰੰਤ ਇਸ ਨੂੰ ਗਿਆਨ ਦਾ ਸੁੰਦਰ ਫਲ ਲੱਗਦਾ ਹੈ। ਇਹ ਵਿਚਾਰ ਕਰਕੇ ਮਨ ਦੇ ਵਿਕਾਰ ਤਿਆਗ ਕੇ ਸਤਨਾਮ ਦਾ ਸਿਮਰਨ ਸਦਾ ਕਰੋ। ਉਪਰੰਤ ਗੁਰੂ ਜੀ ਕੁਝ ਦਿਨ ਉੱਥੇ ਟਿਕ ਕੇ ਅੱਗੇ ਨੂੰ ਤੁਰ ਪਏ। ਇਸ ਦੀਪ ਦਾ 32 ਯੋਜਨ ਦਾ ਰਸਤਾ ਲੰਘ ਕੇ ਸ਼ਹਿਰ ਦੇ ਸਮੁੰਦਰ ਦੇ ਕਿਨਾਰੇ ਪਹੁੰਚ ਗਏ। ਇਸ ਨੂੰ ਪਾਰ ਕਰਕੇ ਗੁਰੂ ਜੀ ਪੁਸ਼ਕਰ ਦੀਪ ਵਿੱਚ ਆ ਗਏ ਅਤੇ ਇੱਕ ਪਿੰਡ ਵੇਖ ਕੇ ਉੱਥੇ ਬੈਠ ਕੇ ਲੋਕਾਂ ਨੂੰ ਸਤਨਾਮ ਦਾ ਉਪਦੇਸ਼, ਸੰਤਾਂ ਦੀ ਸੇਵਾ ਅਤੇ ਭਾਵ ਭਗਤੀ ਦ੍ਰਿੜ ਕਰਾ ਕੇ ਗੁਰੂ ਜੀ ਅੱਗੇ 7ਵੇਂ ਸਮੁੰਦਰ ਦੇ ਕਿਨਾਰੇ ਜਾ ਖੜੇ ਹੋਏ ਅਤੇ ਮਰਦਾਨੇ ਨੇ ਦੱਸਿਆ ਕਿ ਇਹੀ 7ਵਾਂ ਦੀਪ ਹੈ। ਇਸ ਦਾ ਵਿਸਥਾਰ 64 ਲੱਖ ਯੋਜਨ ਹੈ। ਇਹ ਸਾਗਰ ਸਾਰਾ ਮਿੱਠੇ ਪਾਣੀ ਦਾ ਹੈ। ਮਰਦਾਨੇ ਨੇ ਪੁੱਛਿਆ, ਮਹਾਰਾਜ ਇਸ ਤੋਂ ਪਰੇ ਹੋਰ ਕੀ ਹੈ? ਗੁਰੂ ਜੀ ਨੇ ਬਚਨ ਕੀਤਾ ਕਿ ਇਸ ਤੋਂ ਅੱਗੇ ਸੋਨੇ ਦੀ ਕੁਝ ਧਰਤੀ ਹੈ ਅਤੇ ਫਿਰ ਲੋਕਾ ਲੋਕ ਨਾਮ ਦਾ ਇੱਕ ਪਹਾੜ ਹੈ, ਜਿਸ ਨੇ ਸਾਰੇ ਦੀਪਾਂ ਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਹੈ। ਉਸ ਤੋਂ ਪਰੇ ਹੋਰ ਕੁਝ ਨਹੀਂ ਹੈ। ਇਸ ਦੇ ਘੇਰੇ ਦੇ ਅੰਦਰ ਹੀ ਚੰਦ, ਸੂਰਜ ਤੇ ਤਾਰਿਆਂ ਦਾ ਪ੍ਰਕਾਸ਼ ਹੋ ਰਿਹਾ ਹੈ। ਪਾਰ-ਵਾਰ ਕੋਈ ਪ੍ਰਕਾਸ਼ ਨਹੀਂ ਹੈ, ਬਹੁਤ ਗਾੜਾ ਅੰਧੇਰਾ ਹੈ। ਜੇ 12 ਸੂਰਜ ਵੀ ਚੜ੍ਹ ਪੈਣ ਤਾਂ ਉਹ ਵੀ ਉਸ ਹਨੇਰੇ ਵਿੱਚ ਹਨੇਰੇ ਹੀ ਹੋ ਜਾਣ। ਯਥਾ ਦੋਹਰਾ, ਜੇ ਦਵਾਦਸ਼ ਸੂਰਜ ਚੜ੍ਹੇ ਸਰਬ ਸ਼ਿਆਮ ਹੋਏ ਜਾਏ, ਅਬ ਚਲ ਜੰਬੂ ਦੀਪ ਕੋ ਧਰਤ ਪੁਨੀਤ ਸੁਹਾਏ। ਹੁਣ ਚੱਲੋ ਸਭ ਤੋਂ ਸ਼੍ਰੇਸ਼ਟ ਜੰਬੂ ਦੀਪ ਨੂੰ ਚੱਲੀਏ। ਇਹ ਬਚਨ ਕਰਕੇ ਗੁਰੂ ਜੀ ਮਨ ਦੇ ਫੁਰਨੇ ਨਾਲ ਹੀ ਜੰਬੂ ਦੀਪ ਵਿੱਚ ਆ ਗਏ।